ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਕੁਲਜੋਤ ਸੰਧੂ ਔਰ 2022 ਦਾ ਚੋਣ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਕਿਆ ਹੋਇਆ ਕਿਉਂਕਿ 14 ਫਰਵਰੀ ਨੂੰ ਵੋਟਾਂ ਪੈਣੀਆਂ ਨੇ। ਉਸ ਤੋਂ ਪਹਿਲਾਂ ਹਰ ਪਾਰਟੀ ਦੀ ਪੂਰੀ ਤਿਆਰੀ ਹੈ ਤੇ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਕਰੀਬ 5 ਕਿਲੋ ਆਈਈਡੀ ਬਰਾਮਦ ਹੋਇਆ। ਬਾਰਡਰ ਏਰੀਆ ਧਨੋਆ ਕਲਾਂ ਦੇ ਵਿੱਚੋਂ ਇਹ ਬਰਾਮਦਗੀ ਹੋਈ ਹੈ। ਬਾਰਡਰ ਏਰੀਏ ਤੋਂ ਆਈਈਡੀ ਬਰਾਮਦ ਦੀ ਖਬਰ ਸਾਹਮਣੇ ਆਈ ਹੈ। ਏਆਈਜੀ ਨੇ ਇਹ ਬਿਆਨ ਦਿੱਤਾ। ਕਰੀਬ 5 ਕਿਲੋ ਆਈਈਡੀ ਬਰਾਮਦ ਹੋਇਆ ਔਰ ਫਿਲਹਾਲ कोई गिरफ्तारी जी है उसके बाबत नहीं हुई है। 1 लाख रुपए नकदी भी जी बरामद हुई है। सारा ऑपरेशन एसटीएफ का ही सी। सो दस दईए कि चोणों तो पहला इस तरह के नाले बरामदगी वड्डी बरामदगी वड्डे सवाल खड़े करती हुई नजर आ रही है कि किस तरह के नाले इत्थे हालात जिहड़े ने बने हुए ने कि पंजाब और खास तौर पर बॉर्डर एरिया होने करके सरहदी इलाकों के ज्यादा चौकसी की लोड़ पैंदी है। चोणों तो पहला हुण पंजाब नूं दहलाउण दी साजिश के तहत ही कह सकते हैं कि यह वड्डा जिहड़ा इत्थे नाकाम साजिश की गई है और यह पूरी प्लैनिंग दे नाल सारा कुछ चल रहा होएगा। सो अमृतसर दे विच करीब 5 किलो आईईडी बरामद हुई है और बार्डर एरिया धनोआ कला तो बरामदगी की खबर सामने आउंदी है। सो बार्डर एरिया तो आईईडी बरामद हुंदी है। एआईजी दे वल्लों इस सारा बयान जिहड़ा है दिता गया। उन्होंने स्पष्टीकरण दिता है। इस बाबत सारी जानकारी जिहड़ी है वो दित्ती है। सो 1 लाख रुपए नकदी भी जिहड़ी है इस नाल ही बरामद हुई है और सारा ऑपरेशन जिहड़ा एसटीएफ दे वल्लों कीता गया। दस दईए कि कई तरह के शंके जिहड़े ने पहला ही जाहिर किए जा चुके हैं। खास तौर पर बीजेपी और कैप्टन अमरिंदर सिंह होरां दी गल कीती जावे तो कई बार इसनूं लैके कह चुके हैं कि अजिहा हाल जिहड़ा है वो इस वेले नजर आ रहा है पंजाब दा जिथे किसी भी तरह की एडमिनिस्ट्रेशन नहीं है, कोई भी देख रेख नहीं की जा रही है। लगातार सवाल जिहड़े ने सियासतदान भी चुकते हुए नजर आ रहे हैं पर हुण ये बरामदगी ਪੰਜਾਬ ਦੇ ਵਿੱਚ ਚੋਣਾਂ ਸਿਰ ਤੇ ਨੇ ਔਰ ਇਸ ਵਿਚਾਲੇ ਸਰਹੱਦੀ ਖੇਤਰ ਦੇ ਵਿੱਚੋਂ ਇੱਕ ਵੱਡੀ ਬਰਾਮਦਗੀ ਕੀਤੀ ਗਈ ਹੈ। ਮੇਰੇ ਨਾਲ ਏਆਈਜੀ ਜੋ ਨੇ ਐਸਟੀਐਫ ਦੇ ਰਛਪਾਲ ਸਿੰਘ ਉਹ ਮੌਜੂਦ ਨੇ। ਸਰ, ਸਭ ਤੋਂ ਪਹਿਲਾਂ ਤਾਂ ਇਹ ਕੀ ਬਰਾਮਦਗੀ ਹੈ ਔਰ ਕਦੋਂ ਔਰ ਕਿਸ ਤਰ੍ਹਾਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਮਿਲੀ? ਇਹ ਰਜੀਵ ਜੀ ਇਸ ਤਰ੍ਹਾਂ ਹੈ, ਇਹ ਸਪੈਸੀਫਿਕ ਇਨਪੁਟ ਸੀ ਅੱਜ ਸਵੇਰੇ ਸਾਡੇ ਕੋਲ। ਉਹਦੇ ਆਧਾਰ ਤੇ ਅਸੀਂ ਜਿਹੜਾ ਹੈ ਉਹ ਵਰਕਆਊਟ ਸਾਡਾ ਚੱਲ ਰਿਹਾ ਸੀ ਔਰ ਦੌਰਾਨੇ ਸਰਚ ਜਿਹੜਾ ਹੈਗਾ ਇਹ ਅਟਾਰੀ ਤੋਂ 25 ਵਿੰਡ ਰੋਡ ਪੈਂਦਾ ਹੈ। ਉੱਥੇ ਜਦੋਂ ਸਰਚ ਕਰ ਰਹੇ ਸੀ ਉੱਥੋਂ ਸਾਨੂੰ ਇਹ ਸ਼ੱਕੀ ਇੱਕ ਬੈਗ ਜਿਹੜਾ ਹੈਗਾ ਵਾ ਉਹ ਮਿਲਿਆ ਸੀ, ਜਿਹਨੂੰ ਚੈੱਕ ਕਰਨ ਤੇ ਪਤਾ ਲੱਗਾ ਵੀ ਇਹ ਕੋਈ ਡਰੱਗ ਹੋ ਸਕਦੀ ਹੈ ਜਾਂ ਐਕਸਪਲੋਸਿਵ ਹੋ ਸਕਦਾ ਜਾਂ ਕੋਈ ਵੈਪਨ ਹੋ ਸਕਦੇ ਆ। ਅਸੀਂ ਫਿਰ ਐਕਸਪਰਟ ਨੂੰ ਇੱਥੇ ਬੁਲਾ ਕੇ ਉਹਨਾਂ ਕੋਲ ਚੈੱਕ ਕਰਾਇਆ, ਜਿਹਦੇ ਦੌਰਾਨ ਚੈੱਕ ਕਰਨ ਤੋਂ ਬਾਅਦ 'ਚ ਇਹ ਪਤਾ ਲੱਗਾ ਵੀ ਇਹ ਇੱਕ ਐਕਸਪਲੋਸਿਵ ਸੀ, ਆਈਈਡੀ ਸੀ। ਔਰ ਜਿਹੜੀ ਸੀਕ੍ਰੇਟ ਇਨਫੋਰਮੇਸ਼ਨ ਸੀ ਉਸ ਵੇਲੇ ਇਹੀ ਤੁਹਾਨੂੰ ਲੱਗ ਰਿਹਾ ਸੀ ਕਿ ਇਹ ਡਰੱਗ ਜਾਂ ਕੋਈ ਐਸੇ ਹੋ ਸਕਦਾ? ਕਿਉਂਕਿ ਇਹ ਵੀ ਗੱਲ ਸਾਹਮਣੇ ਆਈ ਕਿ ਕੁਝ ਕੈਸ਼ ਵੀ ਮਿਲਿਆ। ਹਾਂਜੀ, ਕੈਸ਼ ਵੀ ਮਿਲਿਆ ਜੀ। ਕਿੰਨਾ ਕੈਸ਼ ਹੈ ਔਰ ਹੋਰ ਕਿਹੜੀ ਚੀਜ਼ਾਂ? ਕਿਉਂਕਿ ਆਈਈਡੀ ਦੀ ਵੀ ਗੱਲ ਕਹੀ ਜਾ ਰਹੀ ਹੈ, ਟਿਫਨ ਬੰਬ ਦੀ ਵੀ ਗੱਲ ਕਹੀ ਜਾ ਰਹੀ ਹੈ। ਦੇਖੋ, ਕੈਸ਼ ਤੇ 1 ਲੱਖ ਰੁਪਈਆ ਸੀ। ਬਾਕੀ ਜੋ ਦੂਸਰੀ ਚੀਜ਼ਾਂ ਨੇ ਉਹ ਤਾਂ ਐਕਸਪਰਟ ਹੀ ਦੱਸ ਸਕਦੇ ਨੇ ਔਰ ਜਦੋਂ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਦੌਰਾਨ ਹੀ ਸਾਹਮਣੇ ਚੀਜ਼ਾਂ ਆਉਣਗੀਆਂ। ਜਦੋਂ ਤੁਹਾਡੀ ਟੀਮ ਇੱਥੇ ਪਹੁੰਚੀ ਹੋਏਗੀ ਲਾਜ਼ਮੀ ਤੌਰ ਤੇ, ਕਿਉਂਕਿ ਆਮ ਤੌਰ ਤੇ ਐਸਟੀਐਫ ਜਿਹੜੀ ਹੈ ਉਹ ਡਰੱਗ ਔਰ ਐਸੇ ਲੋਕਾਂ ਨੂੰ ਜ਼ਿਆਦਾਤਰ ਫੜਦੀ ਹੈ, ਤੁਹਾਨੂੰ ਪਹਿਲਾਂ ਇਹ ਅੰਦੇਸ਼ਾ ਸੀ ਕਿ ਇਹਦੇ ਵਿੱਚ ਇੰਨਾ ਐਕਸਪਲੋਸਿਵ ਵੀ ਹੋ ਸਕਦਾ? ਨਹੀਂ, ਐਕਚੁਅਲੀ ਇੱਦਾਂ ਹੈ ਅਜੀਤ ਜੀ ਵੀ ਸਾਨੂੰ ਜਿਹੜੀ ਇਨਪੁਟ ਸੀ ਉਹ ਸੀ ਡਰੱਗ ਸੰਬੰਧੀ, ਕਿਉਂਕਿ ਅਸੀਂ ਡਰੱਗ ਨੂੰ ਹੀ ਮੇਨ ਡੀਲ ਕਰਦੇ ਹਾਂ। ਹੁਣ ਕਿਉਂਕਿ ਜਿਹੜਾ ਮੌਜੂਦਾ ਸਮਾਂ ਚੱਲ ਰਿਹਾ, ਜਿਹੜੇ ਸਮਗਲਰ ਨੇ ਜਾਂ ਗੈਂਗਸਟਰ ਨੇ ਜਾਂ ਟੈਰਰਿਸਟ ਨੇ, ਇਹ ਸਾਰੇ ਇਕੱਠੇ ਹੋ ਗਏ ਆ, ਨਾਰਕੋ ਟੈਰਰਿਜ਼ਮ ਬਣ ਗਿਆ ਹੋਇਆ। ਸੋ ਸਾਨੂੰ ਇਨਪੁਟ ਜਿਹੜੀ ਆ ਉਹ ਡਰੱਗ ਦੇ ਰਿਗਾਰਡਿੰਗ ਸੀ ਵੀ ਡਰੱਗ ਵੀ ਹੋ ਸਕਦੀ ਹੈ ਤੇ ਡਰੱਗ ਦੇ ਨਾਲ ਕੋਈ ਐਕਸਪਲੋਸਿਵ ਜਾਂ ਐਮੂਨੀਸ਼ਨ ਵੀ ਹੋ ਸਕਦਾ। ਆਮ ਤੌਰ ਤੇ ਜਦੋਂ ਕੋਈ ਵੈਪਨ ਐਸੇ ਰਿਕਵਰੀ ਹੁੰਦੀ ਹੈ ਤਾਂ ਕੋਈ ਮੋਰ ਜਾਂ ਕੋਈ ਮਾਰਕਾ ਜਿਹਦੇ ਤੋਂ ਇਹ ਪਤਾ ਲੱਗਦਾ ਕਿ ਪਾਕਿਸਤਾਨ ਜਾਂ ਕਿਹੜੀ ਕੰਟਰੀ ਮੇਡ ਹੈ, ਇਹਦੇ ਵਿੱਚ ਕੋਈ ਐਸੀ ਚੀਜ਼ ਸਾਹਮਣੇ ਆਈ? देखो, ये चीज़ सॉरी टू से कि अभी बड़ा प्रिलिमिनर स्टेज पे इन्वेस्टिगेशन है। ये चीज़ें इन्वेस्टिगेशन से रिलेटेड हैं, जी आई कांट डिस्क्लोज एट दैट टाइम। इस मामले में कोई गिरफ्तारी हुण तक की गई? नहीं जी, अजे तक कोई गिरफ्तारी नहीं हुई अजे तक। और जिस तरह ये चोणां भी सिर ते ने, ये गल्लां सामने आ रही हैं कि ये किते ना किते पंजाब दा माहौल खराब करने की कोशिश हो सकती है, तो शुरुआती जांच दे विच कोई ऐसी चीज़ सामने आई? नहीं, स्टिल अजे कुछ नहीं आया ਔਰ ਦੇਖਦੇ ਹਾਂ ਜੇ ਤੇ ਇਨਵੈਸਟੀਗੇਸ਼ਨ ਦੇ ਵਿੱਚ ਜੋ ਚੱਲੇਗੀ ਜਾ ਕੇ ਇਹ ਵੀ ਜਾਂਚ ਕੀਤੀ ਜਾਏ ਕਿ ਆਖਿਰਕਾਰ ਇਹ ਸਮਾਨ ਜੇਕਰ ਇੱਥੇ ਪਹੁੰਚਿਆ ਤਾਂ ਇਹ ਭਾਰਤ ਵਾਲੇ ਪਾਸੇ ਕਿੱਥੇ ਜਾਣਾ ਸੀ, ਇਹਦੀ ਜਾਂਚ ਜਿਹੜੀ ਉਹ ਸ਼ੁਰੂ ਕੀਤੀ ਜਾਏਗੀ। ਹਾਂਜੀ, ਬਿਲਕੁਲ ਜੀ, ਬਿਲਕੁਲ। ਇਹਨੇ ਏਆਈਜੀ ਰਛਪਾਲ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਰਹੱਦੀ ਖੇਤਰ ਅਟਾਰੀ ਦੇ ਬਿਲਕੁਲ ਨੇੜੇ ਦੇ ਇੱਕ ਪਿੰਡ ਦੇ ਖੇਤਾਂ ਵਿੱਚੋਂ ਇੱਕ ਬੈਗ ਮਿਲਦਾ ਜਿਸ ਦੇ ਵਿੱਚੋਂ
5 ਕਿਲੋ ਦੇ ਕਰੀਬ ਵਿਸਫੋਟਕ ਜੋ ਹੈ ਉਹ ਬਰਾਮਦ ਕੀਤਾ ਗਿਆ ਔਰ ਇਸ ਦੇ ਨਾਲ ਹੀ 1 ਲੱਖ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਹਾਲਾਂਕਿ ਜਿਸ ਤਰੀਕੇ ਦੇ ਨਾਲ ਚੋਣਾਂ ਤੋਂ ਪਹਿਲਾਂ ਇਹ ਬਰਾਮਦਗੀ ਹੋਈ ਹੈ ਤਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ, ਪਰ ਇਸ ਬਾਰੇ ਉਹਨਾਂ ਦਾ ਕਹਿਣਾ ਕਿ ਅਸੀਂ ਇਸ ਪਹਿਲੂ ਤੇ ਵੀ ਜਾਂਚ ਕਰਾਂਗੇ। ਪਰ ਫਿਲਹਾਲ ਜੋ ਬਰਾਮਦਗੀ ਕੀਤੀ ਗਈ ਹੈ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਆਖਿਰਕਾਰ ਇਹ ਸਮੱਗਰੀ ਇੱਥੇ ਕਿਸ ਵੱਲੋਂ ਭੇਜੀ ਗਈ ਔਰ ਇਸ ਦਾ ਇਸਤੇਮਾਲ ਆਖਿਰਕਾਰ ਕਿੱਥੇ ਕੀਤਾ ਜਾਣਾ ਸੀ। ਪਰ ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ, ਜਿਸ ਤੋਂ ਇਹ ਸਪਸ਼ਟ ਹੋ ਰਿਹਾ ਕਿ ਜੇਕਰ ਇਹ ਸਮੱਗਰੀ ਕਿਸੇ ਸ਼ਹਿਰ ਦੇ ਵਿੱਚ ਜਾਂ ਕਿਸੇ ਸੂਬੇ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਤਾਂ ਜੋ ਹੈ ਅੱਤਵਾਦੀ ਘਟਨਾਵਾਂ ਜਿਹੜੀਆਂ ਲਗਾਤਾਰ ਪਾਕਿਸਤਾਨ ਦੇ ਵਿੱਚ ਬੈਠੀਆਂ ਜਿਹੜੀਆਂ ਭਾਰਤੀ ਵਿਰੋਧੀ ਏਜੰਸੀਆਂ ਨੇ ਜਾਂ ਜੋ ਉੱਥੇ ਭਾਰਤੀ ਵਿਰੋਧੀ ਅੰਸਰ ਨੇ ਤਾਂ ਉਹਨਾਂ ਵੱਲੋਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਰਹੀਆਂ। ਪਰ ਪੰਜਾਬ ਪੁਲਿਸ ਦੀ STF ਜਿਹੜੀ ਟੀਮ ਹੈ ਉਹ ਇਸ ਬਰਾਮਦਗੀ ਨੂੰ ਇੱਕ ਵੱਡੀ ਕਾਮਯਾਬੀ ਦੱਸਦੀ ਹੋਈ ਨਜ਼ਰ ਆ ਰਹੀ ਹੈ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅਟਾਰੀ। ਸੋ ਕਈ ਤਰ੍ਹਾਂ ਦੇ ਵੱਡੇ ਸਵਾਲ ਨੇ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਕੀ ਕੁਝ ਇਹ ਬਰਾਮਦਗੀ ਹੋਈ ਹੈ, ਕਿਉਂਕਿ ਕੁੱਲ ਮਿਲਾ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਕਿਸ ਦੇ ਵੱਲੋਂ ਇਹ ਨਾਕਾਮ ਕੋਸ਼ਿਸ਼ ਨੂੰ ਅੰਜਾਮ ਦਿੱਤਾ ਗਿਆ, ਯਾਨੀ ਕਿ ਇਹ ਵੱਡਾ ਧਮਾਕਾ ਹੋ ਸਕਦਾ ਸੀ। ਵੱਡੀ ਵਿਸਫੋਟਕ ਸਮੱਗਰੀ ਇੱਥੇ ਬਰਾਮਦ ਹੋਈ ਹੈ। ਕਈ ਤਰ੍ਹਾਂ ਦੇ ਵੱਡੇ ਸਵਾਲ ਨੇ ਕਿ ਆਖਿਰਕਾਰ ਕਿਸ ਦੇ ਵੱਲੋਂ ਸਾਰੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਪਰ ਕੁੱਲ ਮਿਲਾ ਕੇ STF ਦੇ ਵੱਲੋਂ ਇਸ ਨੂੰ ਸਾਫ਼ ਤੌਰ ਤੇ ਨਾਕਾਮ ਕਰ ਦਿੱਤਾ ਗਿਆ। ਉਧਰ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਵੀ, ਰਾਜਧਾਨੀ ਦਿੱਲੀ ਦੇ ਵਿੱਚ ਵੀ ਗਾਜ਼ੀਪੁਰ ਮੰਡੀ ਦੇ ਵਿੱਚ IED ਬਰਾਮਦ ਹੋਇਆ। ਲਵਾਰਿਸ ਬੈਗ ਦੇ ਵਿੱਚੋਂ ਬਰਾਮਦ ਹੋਇਆ IED ਔਰ ਬੰਬ ਨਿਰੋਧਕ ਦਸਤੇ ਨੇ IED ਡਿਫਿਊਜ਼ ਕਰ ਦਿੱਤਾ। ਸੋ ਟੋਏ ਦੇ ਵਿੱਚ ਦਬਾ ਕੇ IED ਨੂੰ ਨਾਕਾਮ ਕਰ ਦਿੱਤਾ ਗਿਆ। ਸਵੇਰੇ ਕਰੀਬ 10:15 ਵਜੇ PCR ਨੂੰ ਇੱਕ ਕਾਲ ਮਿਲੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਗਾਜ਼ੀਪੁਰ ਮੰਡੀ ਦੇ ਇਲਾਕੇ ਦੇ ਵਿੱਚ ਇੱਕ ਸ਼ੱਕੀ ਬੈਗ ਮਿਲਿਆ ਔਰ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਸਪੈਸ਼ਲ ਸੈੱਲ ਦੀ ਟੀਮ ਜਿਹੜੀ ਹੈ ਮੌਕੇ ਤੇ ਪਹੁੰਚ ਗਈ। ਇਸ ਤੋਂ ਬਾਅਦ NSG ਅਤੇ ਬੰਬ ਡਿਫਿਊਜ਼ਰ ਟੀਮ ਜਿਹੜੀ ਹੈ ਮੌਕੇ ਤੇ ਪਹੁੰਚੀ। ਉਹਨਾਂ ਦੇ ਵੱਲੋਂ ਸਾਰੀ ਕਾਰਵਾਈ ਜਿਹੜੀ ਕੀਤੀ ਗਈ ਹੈ ਔਰ ਇੱਕ ਪਾਸੇ ਅੰਮ੍ਰਿਤਸਰ ਦੇ ਵਿੱਚ ਬਰਾਮਦਗੀ ਹੋਣਾ ਔਰ ਦੂਸਰੇ ਪਾਸੇ ਦਿੱਲੀ ਦੇ ਵਿੱਚ, ਰਾਜਧਾਨੀ ਦਿੱਲੀ ਦੇ ਵਿੱਚ ਇਹ ਸਮੱਗਰੀ ਜਿਹੜੀ ਹੈ ਉਹ ਬਰਾਮਦ ਹੋਣਾ ਇੱਕ ਵੱਡੇ ਸਵਾਲ ਨੇ। ਪਰ ਇੱਥੇ ਕੁੱਲ ਮਿਲਾ ਕੇ ਬਚਾ ਇਹ ਰਿਹਾ, ਗਨੀਮਤ ਇਹ ਰਹੀ ਹੈ ਕਿ ਕੋਈ ਵੱਡਾ ਬੰਬ ਧਮਾਕਾ ਨਹੀਂ ਹੋਇਆ ਔਰ ਕੋਈ ਵੱਡੀ ਇੱਥੇ ਘਟਨਾ ਜਿਹੜੀ ਹੈ ਉਹ ਨਹੀਂ ਵਾਪਰੀ ਹੈ, ਉਸ ਨੂੰ ਵਾਪਰਨ ਤੋਂ ਬਚਾ ਲਿਆ ਗਿਆ ਕਿਉਂਕਿ ਇਸ ਨੂੰ ਡਿਫਿਊਜ਼ ਕਰ ਦਿੱਤਾ ਗਿਆ ਔਰ ਟੋਏ ਦੇ ਵਿੱਚ ਦਬਾ ਕੇ ਇਸ ਨੂੰ ਡਿਫਿਊਜ਼ ਕੀਤਾ ਗਿਆ ਟੀਮ ਦੇ ਵੱਲੋਂ। ਔਰ ਸਵੇਰੇ ਕਰੀਬ 10:15 ਵਜੇ PCR ਨੂੰ ਇਸ ਬਾਬਤ ਸੂਚਨਾ ਮਿਲੀ ਸੀ ਕਿ ਕੋਈ ਜਿਹੜਾ ਬੈਗ ਹੈ ਉਹ ਬਰਾਮਦ ਹੋਇਆ, ਇੱਕ ਸ਼ੱਕੀ ਬੈਗ ਬਰਾਮਦ ਹੋਇਆ ਔਰ ਸੂਚਨਾ ਮਿਲਦੇ ਹੀ ਉਸ ਸਮੇਂ ਜਿਹੜੀ ਹੈ ਪੁਲਿਸ ਵੀ ਪਹੁੰਚ ਗਈ, ਉੱਥੇ ਸਪੈਸ਼ਲ ਸੈੱਲ ਦੀ ਟੀਮ ਵੀ ਪਹੁੰਚੀ ਹੈ। ਜਿਨ੍ਹਾਂ ਤੋਂ ਬਾਅਦ ਇਹ ਸਾਰਾ ਕੰਮ ਕੀਤਾ ਗਿਆ, ਸਾਰੀ ਕਾਰਵਾਈ ਕੀਤੀ ਗਈ ਔਰ ਡਿਫਿਊਜ਼ ਕਰ ਦਿੱਤਾ ਗਿਆ।